ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਤੀਜਾ। ਘਰ ਹੀ ਸੌਦਾ ਪਾਈਐ ਅੰਤਰ ਸਵਥ ਹੋਏ। ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ। ਨਾਮ ਨਿਧਾਨ ਅਖੁੱਟ ਹੈ ਵਡ ਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹੋ ਮੈਂ ਅਹੰਕਾਰ। ਹਰ ਜੀਉ ਸਦਾ ਧਿਆਏ ਤੋ ਗੁਰਮੁਖ ਏਕੰਕਾਰ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਹਾਨ ਨਿਤਾਣਿਆਂ ਦੇ ਤਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ। ਪਿਛਲੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਸੀ ਕਿ ਬੈਰਾਗੀ ਉਦਾਸੀ ਕਿਹੋ ਜਿਹਾ ਹੋਣਾ ਚਾਹੀਦਾ। ਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਆ ਜਿਹੜਾ ਉਦਾਸੀਆਂ ਦਾ ਪੰਥ ਹੈ ਬੈਰਾਗੀਆਂ ਦਾ ਪੰਥ ਹੈ ਕੀ ਇਹ ਠੀਕ ਆ ਜਾਂ ਸਾਨੂੰ ਦੱਸੋ ਕਿ ਕਿਹੋ ਜਿਹਾ ਹੋਣਾ ਚਾਹੀਦਾ। ਤਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ ਸਿੱਖੋ ਇਹ ਅਗਿਆਨਤਾ ਹੈ ਮਨਮੁਖਤਾ ਹੈ ਕਿ ਕੋਈ ਘਰੋਂ ਬਾਹਰ ਜਾ ਕੇ ਰੱਬ ਨੂੰ ਪਾ ਲਵੇਗਾ। ਪਿਛਲੇ ਬਚਨ ਵਿੱਚ ਕਹਿ ਰਹੇ ਸੀ ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ। ਕੋਈ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਚਲਿਆ ਜਾਵੇ ਜਿਵੇਂ ਗੋਰਖਨਾਥ ਵਰਗਿਆਂ ਨੇ ਬੜਾ ਪ੍ਰਚਾਰ ਕੀਤਾ ਇਸ ਵਿਸ਼ੇ 'ਤੇ ਗ੍ਰਸਤ ਨਰਕਾਂ ਦਾ ਘਰ ਹੈ ਗ੍ਰਸਤ ਵਿੱਚ ਰਹਿ ਕੇ ਰੱਬ ਨਹੀਂ ਪਾਇਆ ਜਾ ਸਕਦਾ। ਤੁਸੀਂ ਸਾਡੇ ਚੇਲੇ ਬਣੋ ਅਸੀਂ ਤੁਹਾਨੂੰ ਰੱਬ ਨਾਲ ਮਿਲਾ ਦਿਆਂਗੇ। ਪਰ ਜਿੰਨੇ ਉਹਦੇ ਚੇਲੇ ਬਣੇ ਜੋਗੀ ਕੰਨ ਪਾਟੇ ਉਹਨਾਂ ਨੂੰ ਮੰਗਤੇ ਬਣਾ ਦਿੱਤਾ। ਦਾਤੇ ਨਾਲ ਤਾਂ ਕੀ ਮਿਲਾਉਣਾ ਸੀ। ਕੋ ਸਤਨਾਮ ਸੀ ਬਗਲੀਆਂ ਚਕਾਤੀਆਂ ਪਿੰਡੇ 'ਤੇ ਸਵਾਹ ਮਲ ਦਿੱਤੀ ਕੇਸਾਂ ਦੀਆਂ ਜਟਾਂ ਬਣਵਾਤੀਆਂ ਜਾਂ ਘੋਣ ਮੋਣ ਕਰ ਦਿੱਤੇ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖੋ ਗੁਰਮਤਿ ਇਹ ਨਹੀਂ ਕਹਿੰਦੀ। ਗੁਰਮਤਿ ਕਹਿੰਦੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ। ਇਹ ਕੁਦਰਤ ਵੀ ਕਹਿੰਦੀ ਹੈ ਇਹ ਸਾਇੰਟੀਫਿਕ ਗੱਲ ਵੀ ਹੈ। ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੀ ਹੋਵੇ ਮੁਕਤ। ਘਰ-ਬਾਰ ਛੱਡ ਕੇ ਜਾਣ ਦੀ ਲੋੜ ਨਹੀਂ ਹੈ। ਜਦੋਂ ਬੰਦਾ ਘਰ ਵਿੱਚ ਹੈ ਤਾਂ ਇਹਦਾ ਧਿਆਨ ਦਿੱਲੀ ਦੱਖਣ ਫਿਰਦਾ। ਜਦੋਂ ਘਰ ਤੋਂ ਦੂਰ ਚਲਿਆ ਗਿਆ ਇਹਦਾ ਧਿਆਨ ਮੁੜ ਕੇ ਫਿਰ ਘਰੇ ਆ ਜਾਣਾ। ਕੋ ਸਤਨਾਮ ਕਿਉਂਕਿ ਬੰਦੇ ਦੀ ਫਿਤਰਤ ਐਸੀ ਹੈ ਸੁਭਾਅ ਐਸਾ ਹੈ। ਇਹ ਜਿੱਥੇ ਹੁੰਦਾ ਉੱਥੇ ਆਪ ਨਹੀਂ ਹੁੰਦਾ। ਸਰੀਰ ਕਰਕੇ ਜਿੱਥੇ ਹੁੰਦਾ ਉੱਥੇ ਸੁਰਤ ਕਰਕੇ ਨਹੀਂ ਹੁੰਦਾ। ਅਤੇ ਜਦੋਂ ਕੋਈ ਬੰਦਾ ਜੰਗਲਾਂ ਵਿੱਚ ਜਾ ਕੇ ਬੈਠੂਗਾ ਅਤੇ ਧਿਆਨ ਤਾਂ ਉਹਦਾ ਬੱਚਿਆਂ ਦੇ ਮੂੰਹ ਵਿੱਚ ਹੋਵੇਗਾ ਘਰੇ ਪਿਆ ਹੋਵੇਗਾ ਪਤਾ ਨਹੀਂ ਕੀ ਬਣੂ ਜਵਾਕਾਂ ਦਾ। ਫਿਰ ਰੱਬ ਦੇ ਨਾਲ ਧਿਆਨ ਕਿਵੇਂ ਜੁੜੇਗਾ। ਕਾਜੀ ਤੇ ਦੌਲਤ ਖਾਨ ਨੂੰ ਇਹੀ ਗਿਆਨ ਦਿੱਤਾ ਸੀ ਕਿ ਜਿੱਥੇ ਅਸੀਂ ਵਰਤਮਾਨ ਵਿੱਚ ਬੈਠੇ ਹਾਂ ਸਾਡਾ ਪੂਰਾ ਅਸੀਂ ਉੱਥੇ ਹੀ ਹੋਈਏ। ਆਪ ਜੀ ਗੁਰੂ ਘਰ 'ਚ ਬੈਠੇ ਹੋ ਤਾਂ ਤੁਹਾਡੀ ਸੁਰਤ ਇੱਥੇ ਗੁਰੂ ਚਰਨਾਂ 'ਚ ਹੀ ਹੋਣੀ ਚਾਹੀਦੀ ਹੈ। ਜੇ ਤੁਸੀਂ ਇੱਥੇ ਬੈਠੇ ਦੁਕਾਨ 'ਤੇ ਫਿਰਦੇ ਹੋ ਇੱਥੇ ਬੈਠੇ ਸੋਚੀ ਜਾਂਦੇ ਹੋ ਆਹ ਵੀ ਕਰਨਾ ਜਾ ਕੇ ਆਹ ਵੀ ਕਰਨਾ ਅਤੇ ਫਿਰ ਤੁਸੀਂ ਇੱਥੇ ਹੈ ਹੀ ਨਹੀਂ। ਇੱਦੋਂ ਤਾਂ ਚਲੇ ਜਾਈਏ ਘਰ ਨੂੰ। ਉਹ ਸਤਨਾਮ ਘੱਟੋ ਕੰਮ ਤਾਂ ਹੋ ਜੇ ਨਾ ਉਹ ਹੋਣਾ ਨਾ ਆਹ ਹੋਣਾ। ਕਿਉਂਕਿ ਇੱਥੇ ਧਿਆਨ ਦੀ ਲੋੜ ਹੈ ਉੱਥੇ ਸਰੀਰ ਦੀ ਲੋੜ ਹੈ। ਅਤੇ ਜਿਹੜਾ ਕੰਮ ਸਰੀਰ ਕਰਕੇ ਹੋ ਸਕਦਾ ਹੈ ਉਹ ਸਰੀਰ ਨਾਲ ਹੋਵੇਗਾ, ਜਿਹੜਾ ਧਿਆਨ ਨਾਲ ਹੋਣਾ ਉਹ ਧਿਆਨ ਨਾਲ ਹੋਵੇਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖੋ ਵਰਤਮਾਨ ਸੰਭਾਲੋ।
कोई बीते हुए की गल करी जाता, सोची जाता, कोई आने वाले भविख दीयां सोचां बनाई जाता है, पर सतगुरु पातशाह कहने वर्तमान कोई नहीं संभालदा। तो सतगुरु कह रहे सी, सिखां नूं समझा रहे सी, इन्हां दोनों बचनां विच इक्को ही मकसद है सतगुरां दा, बई जिहड़ा यह बैरागी बन जाना, घरों निकल जाना, उदासी बन जाना, घर बार त्याग देना, वो कदे भी पास नहीं हो सकता। प्रीतम का बचन है, घर की नार त्यागै अंधा, पर नारी स्यो घालै धंधा। घर बार छड्ड के घरों निकलिया परमेश्वर नूं पावांगे, ते अगे जाके उन्हें चक्रां 'च फिर फस गया जदों उहदे आसे पासे बहुत मनुख इस्त्रियां घुम्मण लगे। झोंपड़ी बन गई, डेरा बन गया, आश्रम बन गया, फिर वड्डा विस्तार हो गया, और फिर उहदे कोले बहुत सारे लोग, जनता आउण लगी। अपने परिवार नूं छड्ड के किसी दे परिवारां विच फस गया। को सतनाम, उदों भी ज़्यादा फस गया गृहस्थियां नालों भी। हजे गृहस्थी का ध्यान लग सकता है, उन्हां दा ध्यान संसार विच फस गया। लोकां दा भार सिर ते चक लिया उन्हां लोकां ने। इस करके पातशाह कहने किरत करो, नाम जपो, वंड छको। तो पिछले शब्द पातशाह जी कह रहे सीगे, मनमुख मोहे व्यापिया, बैराग उदासी ना होए, शब्द न चीनै सदा दुख, हर दरगह पत खोए। गुरु की गल नूं समझदा नहीं, शब्द चीनना, शब्द की विचार करनी, गुरु के शब्द नूं विचारदा नहीं, गुरु की गल नूं समझदा नहीं, और उहदा लोक भी खराब, ते दरगह पत खोए, दरगाह दे विच भी उहदी बेअदबी, लोक भी खराब ते परलोक भी खराब। हौमै गुरमुख होईਐ, नाम रते सुख होए, घर दे विच ही हौमै हंकार नूं छड्ड के निमरता सहित गृहस्थी जीवन के फर्जां नूं निभाउंदिआं होइआं परमेश्वर नूं याद कीता जावे। तुहाडा 100 चों 10% जपिया भी प्रवान हो जाना है, उन्हां दा 100 चों 90% जपिया भी उन्हां दे लेखे नहीं आउणे, क्योंकि उन्हां कोल रिद्धियां सिद्धियां आउणीआं। फिर जनता ने उन्हां दे कोल जाना, बाबा जी साडे मुंडा नहीं हुंदा जी, साडे दुध है नहीं जी, साडा काम नहीं चलदा। वो फिर वंडना शुरू कर दिंदा, किसे नूं दुध, किसे नूं पुੱਤ, किसे नूं लोड़ां होर पूरीआं करदा, ते ओहदियां रिद्धियां सिद्धियां राही स्वाद जनता लै जांदी है। रिद्ध सिद्ध अवरा साध। उन्हें घर बार छड्ड के जंगल जाके कोई थोड़ा बहुती मेहनत की, रिद्धियां सिद्धियां ताकतां आ गईयां, तो उस दा गुरु प्यारिओ बोलिया माड़ा मोटा पूरा होण लग्या। तो उस तरह समझ लो जिवें तुसीं बैंक विच पैसा जमा किया, तो कोई होर ही लै जे तुहानूं चक्कर च पा के। को सतनाम श्री, ये भी खजाना है, भजन बंदगी सिमरन भी, ये भी खजाना उदों वध लुको के रखना पैंदा। भाव संसार विच विचरदिआं होइआं इस भजन बंदगी नूं गुप्त रखना पैंदा अपने अंदर, नहीं तो ये भी उस तरह लै जाते हैं संसार के लोग। जिस तरह चिड़ियाँ खेतों विचों जिन्हां दाणियां ते रेता नहीं पिया, जिहड़े दाणे ढके नहीं गए, वो चिड़ियाँ लै जांदियां। जिमींदार बेचदा बीजदा होया, जो कणक बीजदा फसल बीजदा है, तो हल दे मगर एक डंडा टेढ़ा बनदा सीगा। उहदा मकसद सीगा कि दाने ढकदा जा, नेकी कर दरिया में डाल, मन हाली किरसानी करनी, सरम पानी तनखेत, नाम बीज संतोख सुहागा। ढक दे उत्तों सबर संतोख नाल भजन बंदगी कर, इनू ढक दे, रौला ना पा के मैं इन्ना कुछ करदा। को सतनाम सी, नाम बीज संतोख सुहागा, रख गरीबी बेस, भाओ कर्म कर जम सी। प्रेम दे नाल कर्म कर, तैनूं ओहदा फल जरूर मिलूगा। जमना हुंदा फसल दा वधिया होना। प्रेम दे नाल कर्म कर, कोई भी कर, गृहस्थी जीवन के फर्ज निभा ते चाहे भजन बंदगी कर, दोनों विच प्रेम की लोड़ है। भाओ कर्म कर जमसी, से कर भागठ देख, बाबा माया साथ ना होए। ते माया कई तरह की है, कला पैसा नहीं, बाल बच्चे धियां पुत्र संपत्ति, ये सब माया ही माया। बाबा नानक जी कहते बापू बंदे नूं भजन बंदगी करनी चाहिए आ, इस संसार ने नाल नहीं जाना। अपने पिता नूं संबोधन करके सतगुरु नानक देव जी ने शब्द उचारिया सीगा। खैर अज दे शब्द ते आईए आपां।
ਉਸੇ ਵਿਸ਼ੇ ਨੂੰ ਅੱਗੇ ਲਿਜਾਂਦੇ ਹੋਏ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸਿੱਖਾ ਸਤਿਗੁਰ ਸੇਵ ਮੋਹ ਪਰ ਜਲੈ, ਘਰ ਵਿੱਚ ਰਹਿ ਕੇ ਪਰਮੇਸ਼ਰ ਨੂੰ ਸਿਮਰ, ਮੋਹ ਮਮਤਾ ਹੰਕਾਰ ਦਾ ਖਾਤਮਾ ਹੋ ਜਾਵੇਗਾ। ਗੁਰੂ ਦੀ ਕਿਰਪਾ ਸਦਕਾ ਘਰ ਹੀ ਮਾਹੇ ਉਦਾਸਾ, ਤੈਨੂੰ ਘਰੇ ਹੀ ਉਹ ਵੈਰਾਗ ਵਾਲੀ ਅਵਸਥਾ ਮਿਲ ਸਕਦੀ ਆ ਅਸਲੀ। ਤੂੰ ਘਰੇ ਹੀ ਸੰਸਾਰ ਤੋਂ ਉਦਾਸ ਹੋ ਸਕਦਾ। ਘਰ ਵਿੱਚ ਰਹਿੰਦਿਆਂ ਹੋਇਆਂ ਉਸੇ ਤਰ੍ਹਾਂ ਹੀ ਰਹੀਏ। ਜਿਵੇਂ ਮੁਰਗਾਬੀ ਪਾਣੀ ਵਿੱਚੋਂ ਜੀਵ ਚੱਕਦੀ ਆ ਆਪਦੇ ਖਾਣ ਵਾਸਤੇ, ਮੱਛੀ ਚੱਕਦੀ ਹੈ, ਜੋ ਮੁਰਗਾਈ ਨਹਿਸਾਣੇ। ਜਿਵੇਂ ਮੁਰਗਾਬੀ ਇੱਕ ਜਾਨਵਰ ਹੈ, ਉਹਦੇ ਖੰਭਾਂ ਦੇ ਪਰਮੇਸ਼ਰ ਨੇ ਪਤਾ ਨਹੀਂ ਕੀ ਲਾਇਆ ਹੈ, ਉਹ ਪਾਣੀ ਵਿੱਚ ਚੁੱਭੀ ਮਾਰਦੀ ਹੈ, ਡੱਡ ਮੱਛੀ ਫੜਦੀ ਹੈ ਤੇ ਉੱਡ ਜਾਂਦੀ ਹੈ, ਖੰਭ ਗਿੱਲੇ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਸੁਰਤ ਸ਼ਬਦ ਭਵ ਸਾਗਰ ਤਰੀ ਹੈ। ਸੁਰਤ ਨੂੰ ਸ਼ਬਦ ਨਾਲ ਜੋੜ ਕੇ ਰੱਖੋ, ਸੰਸਾਰ ਦੇ ਨਾਲ ਹਾਹੋ ਭਾਈ ਰੱਖੋ। ਕੋਈ ਸਤਨਾਮ ਸੀ ਸੰਸਾਰ ਨਾਲ ਆਹੋ ਭਾਈ ਰੱਖੋ। ਲੋਗਨ ਸਿਓ ਮੇਰਾ ਠਾਠਾ ਬਾਗਾ, ਠਾਠਾ ਬਾਗਾ ਹੁੰਦਾ ਵਿੱਚ ਫਿਰਦੇ ਰਹਿਣਾ, ਪਰ ਸੁਰਤ ਸ਼ਬਦ ਨਾਲ ਜੋੜ ਕੇ ਰੱਖਣਾ। ਕੋਈ ਸਤਨਾਮ ਸੀ ਲੋਗਨ ਸਿਓ ਮੇਰਾ ਠਾਠਾ ਬਾਗਾ, ਪ੍ਰੀਤਮ ਸਿਓ ਮੇਰਾ ਚਿੱਤ ਲਾਗਾ। ਚਿੱਤ ਜਿਹੜਾ ਪਰਮੇਸ਼ਰ ਨਾਲ ਜੋੜ ਕੇ ਰੱਖਣਾ, ਗੁਰੂ ਨਾਲ ਜੋੜ ਕੇ ਰੱਖਣਾ, ਸੰਸਾਰ ਦੇ ਨਾਲ ਵੀ ਹਾਹੋ ਭਾਈ ਕਰਦਾ ਰਹਿਣਾ। ਭਾਵ ਘਰ-ਬਾਰ ਛੱਡ ਕੇ ਦੂਰ ਜਾਵਾਂਗੇ ਫਿਰ ਰੱਬ ਨਹੀਂ ਮਿਲਣਾ। ਤਾਂ ਅੱਜ ਦੇ ਬਚਨ ਵਿੱਚ ਕਹਿੰਦੇ ਸ੍ਰੀ ਰਾਗ ਮਹੱਲਾ ਤੀਜਾ, ਘਰ ਹੀ ਸੌਦਾ ਪਾਈਐ ਅੰਤਰ ਸਭ ਬਤ ਹੋਏ। ਕਿਹੜਾ ਸੌਦਾ? ਸੱਚਾ ਸੌਦਾ। ਗੁਰੂ ਨਾਨਕ ਦੀ ਰੀਸ ਕਰਦਿਆਂ ਹੋਇਆਂ ਦੁਨੀਆ ਨੇ ਵੀ ਚਲਾਏ ਸੱਚੇ ਸੌਦੇ, ਪਰ ਖੁਦ ਉਹੇ ਜਿਹੇ ਨਹੀਂ ਬਣ ਸਕੇ। ਕੋ ਸਤਨਾਮ ਸ੍ਰੀ ਫੇਲ ਹੋ ਗਏ। ਤੋ ਸੱਚੇ ਸੌਦੇ ਦਾ ਮਤਲਬ ਹੈ ਪਰਮੇਸ਼ਰ ਨਾਲ ਜੁੜਨ ਵਾਲਾ, ਨਾਮ ਦੀ ਦਾਤ। ਕੋ ਸਤਨਾਮ ਸ੍ਰੀ। ਜੀਵਨ ਵੀ ਸੱਚਾ ਸੁੱਚਾ ਹੋਵੇ, ਜੀਵਨ ਦੇ ਵਿੱਚ ਵੀ ਜਿਹੜਾ ਹੈ ਸਾਡੀ ਉਹ ਲੱਛਣ ਹੋਣ, ਉਹ ਗੁਣ ਹੋਣ, ਜਿਹੜੇ ਗੁਣ ਬਾਬਾ ਜੀ ਪੰਡਿਤ ਹਰਦਿਆਲ ਨੂੰ ਕਹਿੰਦੇ ਆ ਕਿ ਤੇਰਾ ਇਹ ਧਾਗੇ ਵਾਲਾ ਜਨੇਊ ਮੈਂ ਨਹੀਂ ਲੈਣਾ। ਫਿਰ ਕਿਹੜਾ ਲੈਣਾ? ਨਾਨਕ ਕਹਿੰਦੇ ਮੈਨੂੰ ਜਨੇਊ ਦੇਣਾ ਤੇ ਆਹ ਦੇ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ ਪਾ ਦੇ ਫਿਰ ਹੈਗਾ ਤਾਂ। ਭਾਵ ਜੋ ਅਧਿਆਤਮਕ ਮੁਖੀ ਹੈ, ਜੋ ਧਰਮ ਦੇ ਮੁਖੀ ਹੈ, ਜਿਹੜੇ ਕਹਿੰਦੇ ਆ ਕਿ ਅਸੀਂ ਲੋਕਾਂ ਨੂੰ ਪਾਰ ਕਰਾਂਗੇ, ਉਹ ਲੋਕਾਂ ਦੇ ਵਿੱਚ ਇਹਨਾਂ ਗੁਣਾਂ ਨੂੰ ਪ੍ਰਵੇਸ਼ ਕਰਨ। ਕੇਵਲ ਬਾਹਰੀ ਨਿਚਿੰਨਾਂ ਦੇ ਨਾਲ ਕੁਛ ਨਹੀਂ ਬਣਨਾ ਜੇ ਅੰਦਰੋਂ ਨਹੀਂ ਸੁਧਰਿਆ। ਕੋ ਸਤਨਾਮ। ਸਾਡੇ ਵਾਸਤੇ ਵੀ ਇਹੀ ਗੱਲ ਹੈ। ਜੇ ਬਾਹਰੀ ਤੌਰ 'ਤੇ ਸਾਡੀ ਦਿੱਖ ਸਿੱਖ ਵਰਗੀ ਬਣ ਗਈ ਹੈ, ਸਾਬਤ ਸੂਰਤ ਵੀ ਹੋ ਗਏ ਆ, ਦਸਤਾਰ ਵੀ ਬਣਦੇ ਆ, ਪਰ ਜੇ ਅੰਦਰੋਂ ਸੁਭਾਅ ਨਹੀਂ ਬਦਲਿਆ, ਜੀਵਨ ਨਹੀਂ ਬਦਲਿਆ, ਤੇ ਫਿਰ ਅਸੀਂ ਅਧੂਰੇ ਹਾਂ ਹਜੇ। ਕੋ ਸਤਨਾਮ ਸੀ। ਸਤਿਗੁਰਾਂ ਨੇ ਪਹਿਲਾਂ ਅੰਦਰੋਂ ਬੰਦੇ ਨੂੰ ਸੋਧਣਾ ਸ਼ੁਰੂ ਕੀਤਾ। ਬਾਬੇ ਨਾਨਕ ਤੋਂ ਲੈ ਕੇ ਜਗ੍ਹਾ ਜਗ੍ਹਾ 'ਤੇ ਜਾ ਕੇ ਹਜ਼ਾਰਾਂ ਕੋ ਸਤਿਗੁਰਾਂ ਨੇ ਯਾਤਰਾ ਕੀਤੀ। ਜਿੱਥੇ ਜਿੱਥੇ ਨੁਕਸ ਦੱਸਣਾ ਕੀਤਾ, ਤੂੰ ਆਪਣੇ 'ਚੋਂ ਆਹ ਗਲਤੀ ਕੱਢ, ਤੇਰੇ 'ਚ ਆਹ ਨੁਕਸਾ ਹਜੇ। ਤੇ ਸਤਿਗੁਰਾਂ ਨੇ ਸੰਸਾਰ ਦੇ ਨੁਕਸਾਂ ਨੂੰ ਦੂਰ ਕਰਦਿਆਂ ਸਿੱਧੇ ਰਸਤੇ ਪਾਇਆ, ਔਰ ਫਿਰ ਉਹਨਾਂ ਨੂੰ ਨਾਮ ਦੀ ਦਾਤ ਬਖਸ਼ ਕੇ ਅੰਦਰੋਂ ਸਫਾਈ ਕਰਨ ਦੀਆਂ ਜੁਗਤੀਆਂ ਦੱਸੀਆਂ, ਬੇਅੰਤਾਂ ਦੱਸੀਆਂ। ਤੇ ਜਦੋਂ 9ਵੇਂ ਪਾਤਸ਼ਾਹ ਤੱਕ ਪਹੁੰਚਦੇ ਇਹ ਸਿੱਖ ਪੂਰਾ ਸ਼ੁੱਧ ਹੋ ਗਿਆ। ਤੇ 10ਵੇਂ ਪਾਤਸ਼ਾਹ ਜੀ ਨੇ ਬਾਹਰੀ ਤੌਰੋਂ 'ਤੇ ਸ਼ਿੰਗਾਰ ਕਰ ਦਿੱਤਾ। ਕਹਿੰਦੇ ਹੁਣ ਇਹ ਸਿੱਖੀ ਨੂੰ ਬਚਾਉਣ ਵਾਸਤੇ ਸ਼ਾਸਤਰ ਵੀ ਚਾਹੀਦਾ, ਕਿਉਂਕਿ ਦੁਨੀਆ ਭਗਤੀ ਨਹੀਂ ਸੀ ਕਰਨ ਦਿੰਦੀ। ਔਰੰਗਜ਼ੇਬ ਵਰਗੇ ਮੁਸਲਮਾਨ ਮੁਗਲ ਜਿਹੜੇ ਸਨ, ਉਹ ਭਾਰਤ ਵਰਸ਼ ਦੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਪਾਤਸ਼ਾਹ ਕਹਿੰਦੇ ਹੁਣ ਇਸ ਖੇਤੀ ਨੂੰ ਬਚਾਉਣ ਵਾਸਤੇ ਵਾੜ ਵੀ ਕਰ ਲੈ ਸਿੱਖਾ। ਕੋ ਸਤਨਾਮ ਸ੍ਰੀ। ਕਈ ਤਰ੍ਹਾਂ ਦੇ ਜਾਨਵਰ ਪੈਂਦੇ ਆ, ਅੰਦਰੋਂ 5 ਪੈਂਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਬਾਹਰੀ ਤੌਰ 'ਤੇ ਵੀ ਬੜੇ ਲੁਟੇਰੇ ਫਿਰਦੇ ਆ ਤੈਨੂੰ ਲੁੱਟਣ ਵਾਸਤੇ। ਕੋ ਸਤਨਾਮ ਸ੍ਰੀ। ਹੁਣ ਤੂੰ ਏਦਾਂ ਕਰ, ਬਾਹਰੀ ਤੌਰ 'ਤੇ ਇਹਨੂੰ ਵਾੜ ਕਰ। ਕਿਹੜੀ ਵਾੜ? ਜਿਹੜੀ 5 ਕਕਾਰਾਂ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਜਿਹੜਾ ਸਾਨੂੰ ਸਾਬਤ ਸੂਰਤ ਕੀਤਾ, ਦਸਤਾਰ ਦਿੱਤੀ, ਸਾਬਤ ਸੂਰਤ ਕਰਾਇਆ, ਕੇਸ ਦਾੜਾ ਰਖਵਾਇਆ, ਸ਼ਾਸਤਰ ਪਹਿਨਾਇਆ, ਹੱਥ ਵਿੱਚ ਸੱਜੇ ਵਿੱਚ ਕੜਾ ਪਹਿਨਾਇਆ, ਕਸ਼ਹਿਰਾ ਪਹਿਨਾਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾੜ ਕੀਤੀ ਆ,
ਭਗਤੀ ਨੂੰ ਸੰਭਾਲ ਕੇ ਰੱਖਣ ਵਾਸਤੇ। ਤੋ ਖੈਰ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖਾ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ, ਕੋਈ ਸਾਨੂੰ ਬੈਰਾਗੀ ਉਦਾਸੀ ਸਾਧ ਬਣਨ ਦੀ ਲੋੜ ਨਹੀਂ, ਕੋਈ ਜੋਗੀ ਬਣਨ ਦੀ ਲੋੜ ਨਹੀਂ। ਘਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਏ, ਤੈਨੂੰ ਘਰੇ ਹੀ ਪਰਮੇਸ਼ਰ ਦਾ ਮਿਲਾਪ ਹੋ ਜਾਏਗਾ, ਘਰੇ ਹੀ ਤੈਨੂੰ ਨਾਮ ਦਾ ਸੌਦਾ ਮਿਲ ਜਾਵੇਗਾ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ। ਫਿਰ ਸਵਾਲ ਪੈਦਾ ਹੋਇਆ, ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਜੀ ਕਿਵੇਂ? ਵਾਕਿਆ ਹੀ ਸਾਨੂੰ ਗ੍ਰਸਤੀ ਜੀਵਨ ਛੱਡ ਕੇ ਜਾਣ ਦੀ ਲੋੜ ਨਹੀਂ? ਕਹਿੰਦੇ ਬਿਲਕੁਲ ਨਹੀਂ। ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ, ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ। ਉਹ ਕਿਹੜੀ ਜੁਗਤ ਹੈ ਮਹਾਰਾਜ? ਤਾਂ ਤੀਸਰੇ ਪਾਤਸ਼ਾਹ ਜੀ ਕਹਿਣ ਲੱਗੇ ਸਿੱਖਾ, ਖਿਨ ਖਿਨ ਨਾਮ ਸੰਭਾਲੀਐ, ਹਰ ਵੇਲੇ ਪਰਮੇਸ਼ਰ ਦਾ ਨਾਮ ਯਾਦ ਕਰਿਆ ਕਰ। ਸੰਭਾਲਣਾ ਕਿਵੇਂ ਹੁੰਦਾ? ਸੰਭਾਲਣਾ ਇੱਕ ਤਾਂ ਆਪਾਂ ਉੱਚੀ ਬੋਲਦੇ ਹਾਂ, ਇਹ ਵੀ ਸੰਭਾਲਣਾ ਹੈ, ਪਰ ਕਈ ਵਾਰੀ ਅਸੀਂ ਬੋਲੀ ਜਾਂਦੇ ਹਾਂ, ਸੁਰਤ ਕਿਤੇ ਹੋਰ ਫਿਰਦੀ ਆ, ਤੇ ਕਈ ਵਾਰੀ ਅਸੀਂ ਭੁੱਲ ਹੀ ਜਾਂਦੇ ਹਾਂ ਜਪਣਾ। ਸੰਭਾਲਣਾ ਭਾਵ ਹੈ ਕਿ ਤੇਰੇ ਦਿਮਾਗ ਵਿੱਚ ਹਮੇਸ਼ਾ ਇਹ ਟੈਨਸ਼ਨ ਬਣੀ ਰਵੇ ਕਿ ਕੀ ਮੇਰੇ ਅੰਦਰ ਨਾਮ ਚੱਲਦਾ। ਟੈਨਸ਼ਨ ਵੈਸੇ ਦੁਖਦਾਈ ਹੁੰਦੀ ਹੈ, ਪਰ ਇਹ ਚੰਗੀ ਆ। ਨਾਮ ਦੇ ਨਾਲ ਸੁਰਤ ਜੁੜੀ ਰਹਿਣਾ, ਸੋਚ ਵਿੱਚ ਇਹ ਖਿਆਲ ਰਹਿਣਾ ਕਿਤੇ ਮੈਂ ਭੁੱਲ ਤਾਂ ਨਹੀਂ ਗਿਆ ਗੁਰੂ ਨੂੰ। ਤੇ ਜਦ ਸਿੱਖ ਭੁੱਲਦਾ ਹੈ ਤੇ ਉਸ ਨੂੰ ਇਹ ਪੰਜੇ ਕਕਾਰ ਹੈ ਜਿਹੜੇ ਯਾਦ ਕਰਾਉਂਦੇ ਆ। ਕੋਈ ਗਲਤ ਕੰਮ ਕਰਨ ਲੱਗਿਆ ਕੜਾ ਸਾਹਮਣੇ ਆਉਂਦਾ ਹੈ ਤੇ ਕੜਾ ਜਾਨੂੰ ਯਾਦ ਆਉਂਦੀ ਆ ਗੁਰੂ ਸਾਹਿਬ ਦੀ, ਤੇ ਮਾਨੋ ਗੁਰੂ ਸਾਹਿਬ ਇਹ ਕੰਮ ਕਰਨ ਨੂੰ ਕਹਿੰਦਾ ਕਿ ਨਹੀਂ ਕਹਿੰਦਾ। ਜੇ ਨਹੀਂ ਕਹਿੰਦਾ ਤੇ ਫਿਰ ਤੂੰ ਨਾ ਕਰ, ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਇੱਕ ਕਸ਼ਹਿਰਾ ਜੱਜ ਸਾਹਿਬ ਦੀ ਨਿਸ਼ਾਨੀ ਹੈ ਸਾਡੀ, ਕੇਸ ਦਾੜਾ ਇਹ ਗੁਰੂ ਕੀ ਮੋਹਰ ਹੈ, ਸਾਡੀ ਦਸਤਾਰ ਬੰਨੀ ਹੈ। ਆਹ ਦੁਨੀਆ ਘੋਨੀ ਮੋਨੀ ਜੋ ਮਰਜ਼ੀ ਕਰਦੀ ਫਿਰੇ, ਕੋਈ ਉਹਨਾਂ ਦੇ ਐਕਸ਼ਨ ਨਹੀਂ ਲੈਂਦਾ। ਪਰ ਜੇ ਇੱਕ ਸਿੱਖ ਕਿਸੇ ਗਲਤ ਪਾਸੇ ਚੱਲ ਪਿਆ ਨਾ, ਘੋਨੇ ਮੋਨੇ ਉੱਠ ਕੇ ਲੜ ਪੈਂਦੇ ਆ, ਬਈ ਤੂੰ ਇਹ ਕੰਮ ਕਿਵੇਂ ਕਰਦਾ? ਕੋਈ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਬਈ ਸਿੱਖ ਇਹ ਕੰਮ ਨਹੀਂ ਕਰ ਸਕਦਾ। ਕੋਨੇ ਮੋਨੇ ਤੰਬਾਕੂ ਲਾਈ ਜਾਣ, ਸ਼ਰਾਬਾਂ ਪੀ ਜਾਣ, ਠੇਕੇ ਦੇ ਖੜੇ ਰਹਿਣ, ਪੁੱਠੇ ਸਿੱਧੇ ਕੰਮ ਕਰਦੇ ਫਿਰ ਕੋਈ ਐਕਸ਼ਨ ਨਹੀਂ ਲੈਂਦਾ। ਪਰ ਜੇ ਇੱਕ ਸਿੱਖ ਦੇ ਹੱਥ ਵਿੱਚ, ਭਾਵ ਜਿਹਦੇ ਦਸਤਾਰ ਬੰਨੀ ਹੈ, ਪੱਗ ਬੰਨੀ ਹੈ, ਉਹਦੇ ਹੱਥ ਵਿੱਚ ਜਰਦਾ ਮਲਦਾ, ਉਹ ਬੜਾ ਭੈੜਾ ਲੱਗਦਾ ਬੰਦਾ। ਕੋ ਸਤਨਾਮ ਸ੍ਰੀ। ਤੰਬਾਕੂ ਮਲਦਾ ਬੜਾ ਭੈੜਾ ਲੱਗਦਾ ਹੈ। ਉਹ ਠੇਕੇ ਦੇ ਬਾਹਰ 'ਚ ਖੜਾ, ਹਰੇਕ ਨੂੰ ਭੈੜਾ ਲੱਗਦਾ ਵੀ ਯਾਰ ਇਹ ਗੁਰੂ ਦਾ ਸਿੱਖ ਹੋ ਕੇ ਗੁਰੂ ਨੂੰ ਬਦਨਾਮ ਕਰ ਰਿਹਾ। ਇਹ ਤਾਂ ਗਲਤ ਗੱਲ ਹੈ। ਭਾਵ ਉਸ 'ਤੇ ਐਕਸ਼ਨ ਵੱਧ ਆਉਂਦਾ ਹੈ ਜਿਹੜਾ ਕਿਸੇ ਧਰਮ ਦੇ ਨਾਲ ਜੁੜ ਕੇ ਉਸ ਧਰਮ ਨੂੰ ਫਾਲੋ ਨਹੀਂ ਕਰਦਾ, ਉਸ ਧਰਮ ਦੇ ਮੁਤਾਬਕ ਨਹੀਂ ਚੱਲਦਾ। ਤੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ ਹਮੇਸ਼ਾ ਗੁਰੂ ਨੂੰ ਯਾਦ ਰੱਖੋ। ਖਿਣ ਨਾਮ ਸੰਭਾਲੀ ਹੈ। ਕਿਵੇਂ? ਜਿਵੇਂ ਤੁਹਾਡੇ ਖੀਸੇ ਵਿੱਚ, ਤੁਹਾਡੀ ਜੇਬ ਵਿੱਚ ਕੋਈ ਸੋਨੇ ਦੀ ਵਸਤੂ ਹੈ, ਉਹ ਤਾਂ ਛੱਡੋ, ਤੁਹਾਡਾ ਮੋਬਾਈਲ ਹੈ ਤੁਹਾਡੀ ਉਤਲੀ ਜੇਬ ਦੇ ਵਿੱਚ। ਤੁਸੀਂ ਇੱਥੇ ਮੱਥਾ ਟੇਕਦੇ ਤੇ ਉੱਠ ਕੇ ਜੇਬ ਤੇ ਹੱਥ ਮਾਰਦੇ ਹੋ, ਡਿੱਗ ਤਾਂ ਨਹੀਂ ਪਿਆ? ਕਹੋ ਸਤਨਾਮ ਸ੍ਰੀ। ਏਦਾਂ ਹੁੰਦੀ ਹੈ ਨਾ। ਜਿਵੇਂ ਸਾਡੀ ਕੀਮਤੀ ਵਸਤੂ ਵਿੱਚ ਧਿਆਨ ਹੈ ਤੇ ਸ਼੍ਰੋਮਣੀ ਕੀਮਤੀ ਤਾਂ ਨਾਮ ਦੀ ਦਾਤ ਹੈ, ਉਸ ਦੇ ਵੱਲ ਵੀ ਚਲਦੇ ਚਲਦੇ ਧਿਆਨ ਮਾਰ ਲਿਆ ਕਰੋ। ਚੱਲੀ ਜਾਂਦਾ ਕਿਤੇ ਬੰਦ ਤਾਂ ਨਹੀਂ ਹੋ ਗਿਆ? ਕਹੋ ਸਤਨਾਮ ਸ੍ਰੀ। ਇਹਨੂੰ ਕਹਿੰਦੇ ਆ ਸੰਭਾਲਣਾ। ਉੱਚੀ ਬੋਲੋ ਜਾਂ ਨਾ ਬੋਲੋ, ਤੁਹਾਡੇ ਅੰਦਰ ਗੁਰੂ ਦੀ ਯਾਦ ਬਣੀ ਰਹਿਣੀ ਚਾਹੀਦੀ ਆ। ਮੇਰੇ ਪ੍ਰੀਤਮ ਜੀ ਕਹਿੰਦੇ ਖਿਣ ਨਾਮ ਸੰਭਾਲੀ ਹੈ, ਗੁਰਮੁਖ ਪਾਵੇ ਕੋਏ। ਇਹ ਵਸਤੂ ਤੁਹਾਨੂੰ ਗੁਰੂ ਕੋਲੋਂ ਮਿਲਣੀ ਆ, ਗੁਰਮੁਖਾਂ ਦੀ ਸੰਗਤ ਚੋਂ ਮਿਲਦੀ ਆ। ਸਹੀ ਪਿਆਰਿਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ। ਤੇ ਸਿੱਖੋ ਜਿੱਦਾਂ ਇਹ ਵਸਤੂ ਮਿਲ ਗਈ ਨਾ, ਤੇ ਇਹ ਕੈਸੀ ਹੈ? ਇਹ ਖਜ਼ਾਨਾ ਹੈ। ਨਾਮ ਨਿਧਾਨੀ ਅਖੁੱਟ ਹੈ, ਵੱਡ ਭਾਗ ਪ੍ਰਾਪਤ ਹੋਏ। ਇਹ ਨਾਮ ਦਾ ਖਜ਼ਾਨਾ ਫਿਰ ਮੁੱਕਣ ਵਾਲਾ ਨਹੀਂ। ਆਪ ਸਵਾਰੇ ਮੈਂ ਮਿਲੈ, ਆਪਣੇ ਆਪ ਨੂੰ ਸਵਾਰ ਕੇ, ਤੇ ਸਵਾਰਨਾ ਕੇਵਲ ਬਾਹਰੀ ਤੌਰ ਤੇ ਨਹੀਂ, ਅੰਦਰੋਂ ਵੀ ਸਵਾਰ ਕੇ। ਕਹੋ ਸਤਨਾਮ ਸ੍ਰੀ। ਆਪਣੇ ਆਪ ਨੂੰ ਸਵਾਰ ਕੇ ਤੂੰ ਮੈਨੂੰ ਮਿਲ ਸਕਦਾ ਭਗਤਾ ਸਿੱਖਾ। ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਇਹ ਨਾਮ ਦਾ ਖਜ਼ਾਨਾ ਇੰਨਾ ਕੀਮਤੀ ਆ।
कि ये विचों कुछ भी प्राप्त किया जा सकता है। जिमें 100 का नोट उहदे नाल जो मर्जी खरीद लो, तुहाडी मर्जी है तुसीं कित्थे लाउणे हो। ये नाम की दात है जिहड़ी, ते ये नाम की दात जिहड़ी प्राप्त हुंदी है सवासां दी पूंजी नाल। ते सवासां दी किन्नी कीमत है? जे नाम नाल जुड़ जाण तां बड़े कीमत है, नहीं तो फिर बंदे मरी जाते आ, उही खत्म हो जाते है, मनुखा जीवन खत्म करी जाते आ। मानस जन्म दुलंभ गुरमुख पाया, गुरमुखां दा नाम जपण वालियां दा जीवन दुर्लभ हो गया, कीमती हो गया, पर मनमुखा ने इसनों कौडियां दे भाग वा दिता। मानस जन्म दुलंभ गुरमुख पाया, मन तन होए चुलंभ। ये होर भी सोहना बनाओ, बनू किवें? जे सतगुर पाया, जे सतगुर नूं भा गया, तो सतगुर नूं भाऊ किवें? जो सतगुर दे मुताबक चलेगा। माँ प्यो नूं उही बच्चा चंगा लगदा जिहड़ा उहदी गल मनदा, जिहड़ा गल नहीं मनदा। हुण तां माँ प्यो भी संसारी गुरु प्यारिओ त्याग दिंदे है, बेदखल कर दिंदे आ। ते गुरु की कहंदा, जे तू मेरी सिक्ख्या ते चलेगा तां मेरा सिख है, नहीं आपदे काम कर। सो सिख सखा बंद पै भाई, जे गुर के भाणे विच आवे, अपने भाणे जो चले भाई, विछड़ चोटां खावे, बिन सतगुर सो कदे न पावे भाई, फिर पछोतावे। जे तू गुरमत अनुसार नहीं चलदा, फिर बाहरी तौर पर जिहड़ा है धार्मिक चिन्ह भी तैनूं पास नहीं कर सकते। को सतनाम श्री जे अंदरों नहीं बदलिया। मेरे प्रीतम जी कहते, नाम निधान अखुट है, वड भाग प्राप्त होए। ये नाम का खजाना अखुट, कदे ना मुकन वाला जो है। अखुट जिहड़ा कदे मुकदा नहीं। प्यो दादे का खोल डिठा खजाना, तां मेरा मन भया निधाना। रतन लाल जाका कछु ना मोल, भरे भंडार अखुट अतोल। खावे खर्चे रल मिल भाई, टोट न आवे बद दो जाई। पर इस खजाने दे सांझीवाल कौन बनिया? टोट न आवे बद दो जाई। कहो नानक जिस मस्तक लेख लिखाए, सो एत खजाने लिया रलाए। ਉਹ इस खजाने का सांझीवाल बनिया जिहदे वड्डे भाग है। को सतनाम जना खना नहीं। नाम निधान अखुट है, वड भाग प्राप्त होए। ये नाम का खजाना कदे ना मुकन वाला खजाना, ਵੱਡੇ ਭਾਗਾਂ ਦੇ ਨਾਲ ਸਾਨੂੰ ਪ੍ਰਾਪਤ ਹੁੰਦਾ। ਸਿੱਖਾ ਇਸ ਨਾਮ ਨੂੰ ਪ੍ਰਾਪਤ ਕਰਕੇ ਕੁਝ ਰਹਿਤਾਂ ਹਨ। ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਸੋ ਸਹਿਬ ਮੈਂ ਤਿਸਕਾ ਚੇਰਾ। 10ਵੇਂ ਪਾਤਸ਼ਾਹ ਜੀ ਦੇ ਬਚਨ। ਤੀਜੇ ਪਾਤਸ਼ਾਹ ਜੀ ਦੇ ਬਚਨ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਦੋਨਾਂ ਦਾ ਮਤਲਬ ਇੱਕੋ ਹੀ ਹੈ। ਤੇ ਜਿਹੜਾ ਆਪਦੀ ਮਨਮਰਜ਼ੀ ਕਰਦਾ ਹੈ, अपने भाणे जो चले भाई, विछड़ चोटा खावे। 10वें पातशाह कहते, रह नहीं रहे सोई सिख मेरा, सो सहब मैं तिसका चेरा। रहत बिना ना सिख कहावे, रहत बिना दर चोटा खावे। हुण जी असी केवल ते केवल बाहरी तौर वाली रहत समझांगे तो वह 10वें पातशाह ने कही आ, ते इत्थे तीजे पातशाह ने अंदरली रहत दसी है। की कहते, मन तज निंदा हम मैं अहंकार, इन्हों त्याग दे। ये रहत रखनी है, जे रखेगा तो एक कुरैता हैं। निंदा करनी, हंकार करना, विषय विकार भोगने, गलत सोच रखनी, ये कुरैता हैं। जो 10वें जामे विच दा पातशाह जी ने हुक्म ला के कहा। पहले जामिया विच प्यार नाल समझाउंदे रहे, पर 10वें जामे में जाके तो फिर गुरु प्यारिओ पातशाह ने हुक्म ला के कहा कि अज तो बाद जेड़ा सिख आ काम करेगा, केस कटने, दाड़ा कटना और पर स्त्री पर मनुख का संग करना, शराबा पीनिया, नशे खाने और तमाकू खाना आदि, ये बज्जर कुरैतां हन ਜਿਹੜੀਆਂ मेरा सिख हथ भी ना लावेगा, इन्हां चीज़ां वल नहीं जावेगा। कि जेड़ा मेरा सिख होके काम करेगा वो मेरा सिख नहीं हैगा। उस तो बाद को सतनाम जिधर मर्जी जाए, उन्होंने मैं त्यागया। मेरे प्रीतम जी कहने, हर जी सदा ध्याए तो गुरमुख एकंकार। आ छड़ के कुरैतां नूं ते आ रहत रख। मेरे मन तज निंदा हौमे अहंकार, निंदिया अहंकार हौमे। ये त्याग के
मालक दे नाल जुड़ना कर। हर जीव सदा ध्याए तो हमेशा सिमरिया कर। वाहिगुरु वाहिगुरु वाहिगुरु। गुरमुख एक अंकार, एक अकाल पुरख नूं सिमरना। थां थां ते नहीं भटकना मेरे सिख ने। पूजा अकाल की परचा शब्द का दीदार खालसे का रहाओ। केवल ते केवल उस एक नाल जुड़ना कर। जेड़े जुड़नगे हुण उन्हां दी गल करदे न। गुरमुखां के मुख उजले गुर शब्दी विचार। जेड़े उस परमेश्वर नाल जुड़नगे उन्हां दे मुख उजले होणगे। उन्हां नूं रेरे दरगाह कहे न कहू। उन्हां दुनिया प्यार सत्कार नाल बुलाऊगी। इत्थे भी कोई ये नहीं कहेगा ओए तू किधर जाना। और दरगाह दे विच भी उन्हां नूं होर तां होर धर्मराज भी कहेगा जी आओ जी किवें आउणा होया। धर्मराय ऐसे चवै कि तो भवन पनीत तुसीं तां साडा घर ही पवित्र करता। कोई महापुरुष अपने घरे आ जावे नाम जपण वाली रूह ते आपां सत्कार सहित ही तां अंदर वाड़दे आ ना। आओ महाराज आओ बड़ी किरपा कीती। जे कोई शराबी कबाबी कोई गंदा बंदा आ जाए तू किवें आया बई किवें साडे बाहर च खड़ा इदां ही बुलावांगे ना। ये गल इत्थे भी ते उत्थे भी दोहां थावां ते ढुकदी आ। रे रे दरगाह कहे न कहो आओ बैठ आदर शुभ देऊ। दरगाह दे विच भी तैनूं कोई ये नहीं कहेगा बई तू किधर चले है। जमदूत जमदूतां दा मुखी धर्मराज भी कहते हथ बन के कहूगा बड़ी किरपा की महाराज साडा घर सफला कर दिता है। आओ धर्मराय ऐसे चवे कि तो भवन पुनीत। पर दूजे पासे मनमुख की गल भी ये नाल ही जोड़ी आ। खोपड़ी कुथाएं खोपड़ी कुथाएं कुथा हुंदा है माड़ा था। खोपड़ी खुब गई आ कि साडी सुरत जे साडी सुरत माड़े थां खुबी हुई आ विषे बकारां च फसे हुए आ फिर सानू किसे ने सत्कार नहीं देना। को सतनाम श्री मिठी गल न कुमंतरिया। मंत्र हुंदा हैगा चंगी सोच ते कुमंतर माड़ी सोच। मंत्री कौन हुंदा है सलाह देने वाला। मंत्र हुंदा अखर शब्द ते जिहड़े मंत्री बनाए आ मुख मंत्री ने उन्होंने चंगी सलाह देने वास्ते बनाए आ। पर जिन्हां ने माड़े मंत्री बना लए उन्हां दा राज खत्म हो गया। को सतनाम श्री क्योंकि मंत्रियों ने माड़ी सलाह दी। ऐस मन ने भी माड़े मंत्री बना के बह गया। बालक राजा काची नगरी दुष्टा नाल प्यारो। इन्हें भी जेडे मंत्री बनाए ना काम को लोभ मोह हंकार बना ले इनू यही सलाह देंगे इधर नूं चल गए इधर नूं चल गए टीवी देखिए वो देखिए आ देखिए। ये बेचारा उन्होंने मगर लगे रहिंदा अपने शरीर नूं उत्थे ही लै जांदा जिधर दी सलाह देंदे आ क्योंकि सलाहकार यही है। मिठी गल न कुमंतरिया। माड़ी सोच वाले फिर वो कुथां विच फस के मर जांदे न। जिमें अजामल होया बहुत वड्डा ब्राह्मण सीगा वेदांती सीगा राजे दा राज ब्राह्मण सीगा बड़ा सत्कार सी उसदा। पर जदों ये माड़े रस्ते पै गया बेसवा कोले जान लग पिया राजे ने देश निकाला देते कहते जा तू साडे राज चों बाहर निकल जा। हुण को सतनाम श्री जिसदे कोले सारियां सुख सहूलतां सी राजे ने सारियां खोलियां देश चों कढ़ दिता। ते वो अजामल बेसवा दे वस विच पै गया ते अखीर ते गुरु प्यारो उहदा जीवन बर्बाद हो गया। पर अखीर ते उहदा गुरु उहनूं मिलिया जिहड़ा रोज़ कहंदा सी पुੱਤ इस पासे दी ना जाई फिरनी फिरनी घरे जाया कर फिरनी फिरनी हो के मेरे कोले आया कर तू बाजार दी ना जाई क्योंकि बाजार दे विच बेसवावां दे कोठे सी इहने उत्थे फस जाना। कोई गल होई तो खैर प्रीतम जी कहंदे असी उस परमेश्वर नाल जुड़ीए। परमेश्वर नाल जुड़िया ही सानू लाहा है। हर जीओ सदा ध्याए तो गुरमुख एक अंकार रहाओ। गुरमुखा के मुख उजले जिहड़े गुरमत अनुसार चलणगे गुरमुख
ਜਿਹੜੇ ਕੋਈ ਕੰਮ ਤੋਂ ਪਹਿਲਾਂ ਗੁਰੂ ਨੂੰ ਮੂਹਰੇ ਰੱਖਣਗੇ ਵੀ ਗੁਰੂ ਇਹ ਕੰਮ ਕਰਨ ਨੂੰ ਕਹਿੰਦਾ ਕਿ ਨਹੀਂ ਕਹਿੰਦਾ। ਜਿਵੇਂ ਭੂਮੀਏ ਚੋਰ ਨੇ ਧੰਨ ਗੁਰੂ ਨਾਨਕ ਦੇਵ ਜੀ ਤੋਂ 3 ਬਚਨ ਲਏ। ਪਹਿਲਾ ਬਚਨ ਬਾਬੇ ਨੇ ਕਿਹਾ ਸੀ ਚੋਰੀ ਨਾ ਕਰਿਆ ਕਰ। ਕਹਿੰਦਾ ਜੀ ਇਹ ਛੁੱਟਣੀ ਨਹੀਂ, ਆਦਤ ਬਣ ਗਈ ਆ। ਨਾ ਚਾਹੁੰਦੇ ਹੋਏ ਵੀ ਮੇਰਾ ਹੱਥ ਕਿਸੇ ਦੀ ਚੀਜ਼ ਐਦਾਂ ਚੱਕ ਲੈਂਦਾ, ਕੋਈ ਸਤਨਾਮ ਨਾ ਚਾਹੁੰਦੇ ਹੋਏ ਵੀ ਚੱਕ ਲੈਂਦਾ, ਇਹਦੇ ਖੂਨ 'ਚ ਦਮ ਗਿਆ। ਅੱਛਾ ਚੱਲ ਕੋਈ ਨਹੀਂ, ਕਰ ਲਿਆ ਕਰ, ਫਿਰ ਚੰਗਾ ਰਿਹਾ, ਸੱਚੀ ਗੱਲ ਦੱਸਤੀ। ਆ 3 ਬਚਨ ਤਾਂ ਮੰਨ ਲੇਗਾ ਨਾ। ਗਰੀਬ ਮਾਰ ਨਾ ਕਰੀ, ਕਿਸੇ ਗਰੀਬ ਦੀ ਚੋਰੀ ਨਾ ਕਰੀ, ਗਰੀਬ ਮਾਰ ਨਾ ਕਰੀ, ਝੂਠ ਨਾ ਬੋਲੀ ਅਤੇ ਲੋਨ ਖਾ ਕੇ ਹਰਾਮ ਨਾ ਕਰੀ। ਇਹ ਤਾਂ ਗੱਲ ਮੰਨੇਗਾ? ਕਹਿੰਦੇ ਜੀ ਇਹ ਤਾਂ ਮੰਨ ਲੂੰਗਾ। ਬਾਬੇ ਜੀ ਨੇ ਕੰਨ ਦੂਜੇ ਪਾਸੇ ਦੀ ਫੜ ਲਿਆ ਫਿਰਦਾ। ਪਰ ਜਦੋਂ ਇਹ ਚੋਰੀ ਕਰਨ ਚੱਲਿਆ, ਹਰ ਵਾਰ ਇਹ ਗੁਰੂ ਦੇ 3 ਬਚਨ ਪੜ੍ਹ ਕੇ ਤੁਰਦਾ ਹੈ। ਅੱਜ ਇਹ ਚੋਰੀ ਕਰਨ ਚੱਲਿਆ, ਬਈ ਚਲੋ ਰਾਜੇ ਦੀ ਕਰਦੇ ਆ, ਪੜ੍ਹ ਲਿਆ ਨਾ, ਗਰੀਬ ਮਾਰ ਨਹੀਂ ਕਰਨੀ। ਰਾਜਾ ਥੋੜਾ ਗਰੀਬ ਆ, ਰਾਜੇ ਦੀ ਕਰ ਲੈਂਦੇ ਆ। ਰਾਜੇ ਦੀ ਚੋਰੀ ਕਰਨ ਵਾਸਤੇ ਫਿਰ ਚੋਰ ਜਿਹੜੇ ਹੈ ਬਾਹਰੀ ਤੌਰ ਤੇ ਬਾਣਾ ਵੀ ਉਹੋ ਜਿਹਾ ਪਾਉਂਦੇ ਆ ਜਿਹੋ ਜਿਹੇ ਥਾਂ ਤੇ ਜਾਣਾ ਹੋਵੇ। ਬੜਾ ਛੂਟਣ ਬੂਟਣ ਵਧੀਆ ਕੱਪੜੇ ਪਾ ਕੇ ਪਹੁੰਚ ਗਿਆ ਚੋਰੀ ਕਰਨ ਲਈ। ਹੁਣ ਗਾਂ ਪਹਿਰੇਦਾਰ ਖੜੇ ਆ। ਪਹਿਰੇਦਾਰ ਕਹਿੰਦੇ ਉਹ ਤੂੰ ਕੌਣ ਆ, ਕਿੱਧਰ ਚੱਲੇ ਆ? ਉਹਨੇ ਫਿਰ ਪੜ੍ਹੇ ਬਾਬੇ 3 ਬਚਨ। ਹੁਣ ਕਹਿੰਦੀ ਆ ਝੂਠ ਨਹੀਂ ਬੋਲਣਾ, ਚੋਰੀ ਤਾਂ ਫੇਰ ਵੀ ਕਰ ਲਾਂਗੇ, ਪਰ ਬਾਬੇ ਦੇ ਬਚਨ ਦੁਬਾਰੇ ਨਹੀਂ ਮਿਲਣੇ, ਆਪਾਂ ਝੂਠ ਨਾ ਬੋਲੀਏ। ਕਹਿੰਦਾ ਮੈਂ ਚੋਰ ਆ, ਚੋਰੀ ਕਰਨ ਚੱਲਿਆ। ਹੋਰ ਨਹੀਂ ਨਹੀਂ ਭਾਈ ਸਾਹਿਬ, ਮੈਂ ਤਾਂ ਵੈਸੇ ਪੁੱਛਿਆ ਹੈਗਾ, ਲੱਗਦਾ ਤਾਂ ਨਹੀਂ ਚੋਰ ਤੋਂ, ਕਿਉਂਕਿ ਛੁੱਟਣ ਬੂਟਣ ਆ, ਕੱਪੜੇ ਵਧੀਆ ਵਧੀਆ ਪਾਏ ਨੇ ਉਸਨੇ। ਤਾਂ ਪਹਿਰੇਦਾਰ ਨੇ ਸੱਚ ਕਿਹਾ ਜੀ ਅਸੀਂ ਚੋਰ ਆ, ਉਹ ਉਲਟ ਸਮਝ ਗਏ। ਕਹਿੰਦੇ ਨਹੀਂ ਨਹੀਂ, ਅਸੀਂ ਵੈਸੇ ਪੁੱਛਿਆ, ਸਾਡੀ ਡਿਊਟੀ, ਅਸੀਂ ਪਹਿਰੇਦਾਰ ਆ ਭਾਈ, ਤੂੰ ਚੋਰ ਤਾਂ ਨਹੀਂ ਲੱਗਦਾ, ਕੋਈ ਰਾਜੇ ਦਾ ਮਿਲਣਸਾਰ ਬੰਦਾ ਹੋਏਗਾ। ਕਈ ਵਾਰੀ ਜਮਾ ਨੇੜਿਓਂ ਬੰਦਾ ਕਹਿ ਦਿੰਦਾ ਕਿ ਮੈਂ ਚੋਰ ਹਾਂ, ਵੀ ਤੁਸੀਂ ਨਹੀਂ ਮੰਨਦੇ ਤਾਂ ਮੈਨੂੰ ਚੋਰ ਸਮਝ ਲਓ। ਕਹਿੰਦੇ ਨਹੀਂ ਨਹੀਂ, ਜਾਓ ਜਾਓ, ਲੰਘ ਜਾਓ। ਲੰਘ ਗਿਆ। ਪਹਿਲਾਂ ਨੇ ਲੰਘਾਤਾ ਗੇਟ ਖੋਲ ਕੇ ਵੀ ਰਾਜੇ ਨੂੰ ਮਿਲਣ ਆਇਆ ਹੋਊਗਾ, ਪਰ ਸੀ ਉਸ ਵਿੱਚ ਚੋਰੀ ਕਰਨੀ ਆਇਆ ਸੀਗਾ। ਉਹਨੇ ਚੋਰੀ ਕੀਤੀ, ਸਮਾਨ ਦੀ ਗਠੜੀ ਬੰਨੀ। ਚੋਰੀ ਹਨੇਰੇ 'ਚ ਕੀਤੀ ਜਾਂਦੀ ਹੈ, ਨਾਮ ਵੀ ਹਨੇਰੇ 'ਚ ਹੀ ਜਪਿਆ ਜਾਂਦਾ, ਕੋਈ ਸਤਨਾਮ ਸਹੀ ਢੰਗ ਨਾਲ, ਭਾਵ ਅੰਮ੍ਰਿਤ ਵੇਲੇ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ। ਪਰ ਉਸ ਹਨੇਰੇ ਦੇ ਵਿੱਚ ਕਿਤੇ ਉਸ ਖਾਣੇ ਵਾਲੀ ਬੈਠਕ 'ਚ ਵੜ ਗਿਆ ਜਿੱਥੇ ਰਾਜਾ ਬੈਠ ਕੇ ਭੋਜਨ ਛਕਦਾ ਹੈ। ਉਸ ਮੇਜ਼ ਉੱਤੇ ਗੁਰੂ ਪਿਆਰਿਓ ਲੂਣ ਮਿਰਚਾਂ ਆਦਿ ਇਹ ਸਲਾਦ ਵਾਲਾ ਸਮਾਨ ਵੀ ਰੱਖਿਆ ਪਿਆ ਹੁੰਦਾ ਹੈ, ਤੇ ਇਹਦਾ ਹੱਥ ਕਿਸੇ ਪਲੇਟ 'ਚ ਵੱਜ ਗਿਆ। ਪਲੇਟ 'ਚ ਕੁਝ ਭੁਰਭੁਰਾ ਸੀਗਾ, ਉਹ ਮੂੰਹ ਨੂੰ ਲਾ ਬੈਠਾ। ਉਦੋਂ ਪਹਿਲਾਂ ਸੋਚਿਆ ਨਹੀਂ ਲੂਣ ਖਾ ਕੇ ਹਰਾਮ ਨਹੀਂ ਕਰਨਾ, ਕੀ ਪਤਾ ਵੀ ਲੂਣ ਸੀਗਾ ਇਹ। ਜਿਹੜਾ ਦਿਸ ਜਾਂਦਾ ਫਿਰ ਤਾਂ ਸੋਚ ਲੈਂਦਾ। ਜੀਵ ਨੂੰ ਲਾਇਆ ਲੂਣ ਸੀਗਾ, ਉਹ ਉੱਥੇ ਹੀ ਛੱਡ ਕੇ ਤੁਰ ਗਿਆ। ਕਹਿੰਦੇ ਚੋਰੀ ਤਾਂ ਫੇਰ ਵੀ ਕਰ ਲਾਂਗੇ, ਪਰ ਗੁਰੂ ਬਾਬੇ ਨਾਨਕ ਨੇ ਫੇਰ ਨਹੀਂ ਮਿਲਣਾ, ਕੋਈ ਸਤਨਾਮ ਸੀ। ਤੇ ਤੜਕੇ ਨੂੰ ਉਹ ਫੜਿਆ ਗਿਆ। ਨਾਮੀ ਨਾਮੀ ਚੋਰ ਇਕੱਠੇ ਕਰ ਲਏ, ਸਾਰੇ ਉਹਨੂੰ ਕੁੱਟਣ ਲੱਗੇ। ਕੋਈ ਮੰਨੇ ਨਾ, ਕਿਸੇ ਨੇ ਚੋਰੀ ਨਹੀਂ ਕੀਤੀ। ਜਦੋਂ ਹੁਣ ਰਾਜਾ ਇਹ ਜਾਣਨਾ ਚਾਹੁੰਦਾ ਵੀ ਚੋਰੀ ਤਾਂ ਨਹੀਂ ਹੋਇਆ ਮਾਲ, ਪਰ ਬੰਦਾ ਕਿਹੜਾ ਜਿਹਾ ਚੋਰੀ ਕਰਕੇ ਸਮਾਨ ਛੱਡ ਗਿਆ ਸਾਰਾ, ਉਹ ਬੰਦਾ ਵੇਖਣਾ। ਤੇ ਗੁਰੂ ਪਿਆਰਿਓ ਜਦੋਂ ਕੁੱਟੇ ਜਾਣ ਲੱਗੇ ਗਰੀਬ ਚੋਰ, ਫਿਰ ਇਹ ਪਹੁੰਚ ਗਿਆ। ਕਹਿੰਦਾ ਰਾਜਾ ਸਾਹਿਬ ਚੋਰ ਤੇਰਾ ਮੈਂ ਆ, ਛੱਡ ਸਾਰਿਆਂ ਨੂੰ। ਕਹਿੰਦੇ ਕੁੱਟਿਆ ਨਹੀਂ ਮੰਨਦੇ, ਤੂੰ ਬਿਨਾਂ ਕੁੱਟੇ ਕਿਵੇਂ ਮੰਨੀ ਜਾਂਦਾ? ਕਹਿੰਦਾ ਮੈਂ ਆਇਆ ਚੋਰੀ ਕਰਨ। ਪਹਿਰੇਦਾਰ ਨੂੰ ਪੁੱਛੋ, ਇਹਨਾਂ ਨੇ ਮੈਨੂੰ ਅੰਦਰ ਟਪਾਇਆ? ਕਹਿੰਦੇ ਹਾਂ ਜੀ। ਇਹ ਕਹਿੰਦਾ ਮੈਂ ਚੋਰ ਆ, ਸਸੀਆ ਕੋਈ ਬੰਦਾ ਹੋਣਾ ਮਿਲਣਸਾਰ। ਕਹਿੰਦੇ ਮੈਂ ਚੋਰੀ ਕੀਤੀ, ਬਾਕੀ ਬੰਦੇ ਸਾਰੇ ਛਡਾਤੇ। ਕਹਿੰਦੇ ਤੂੰ ਚੋਰੀ ਕੀਤੀ ਤੇ ਮਾਲ ਕਿਉਂ ਛੱਡ ਗਿਆ? ਕਹਿੰਦਾ ਮੈਨੂੰ ਇੱਕ ਮਹਾਂਪੁਰਸ਼ ਮਿਲਿਆ ਸੀਗਾ, ਉਹਦੇ ਬਚਨ ਸੀਗੇ, ਉਹ ਬਚਨ ਮੈਂ ਕਮਾਉਣੇ ਸੀ, ਇਸ ਕਰਕੇ 3 ਬਚਨ ਮੈਂ ਕਮਾਏ। ਤੇਰੇ ਚੋਰਾਂ ਨੇ, ਤੇਰੇ ਸਾਥੀਆਂ ਨੇ ਪੁੱਛਿਆ ਪਹਿਰੇਦਾਰਾਂ ਨੇ ਕੌਣ ਹੈ ਤੂੰ? ਮੈਂ ਕਿਹਾ ਚੋਰ ਹਾਂ, ਮੈਂ ਝੂਠ ਨਹੀਂ ਬੋਲਿਆ, ਇਹਨਾਂ ਨਹੀਂ ਸਮਝਿਆ। ਫਿਰ ਮੈਨੂੰ ਕਿਹਾ ਸੀ ਗਰੀਬ ਮਾਰ ਨਹੀਂ ਕਰਨੀ, ਤਾਂ ਮੈਂ ਤੇਰੇ ਘਰੇ ਚੋਰੀ ਕਰਨ ਆਇਆ। ਤੀਜਾ ਬਚਨ ਸੀ ਲੂਣ ਹਰਾਮ ਨਹੀਂ ਕਰਨਾ ਕਿਸੇ ਦਾ ਖਾ ਕੇ। ਮੈਂ ਤੇਰੀ ਉਹ ਲੂਣ ਵਾਲੀ ਪਲੇਟ 'ਚ ਹੱਥ ਵੱਜ ਗਿਆ, ਜੇ ਉਹ ਮੇਰੀ ਜੀਵ ਨੂੰ ਨਾ ਲੱਗਦਾ ਮੈਂ ਸਾਰਾ ਕੁਝ ਚੱਕ ਕੇ ਲੈ ਜਾਂਦਾ, ਪਰ ਮੈਂ ਤੇਰਾ ਲੂਣ ਖਾ ਬੈਠਾ। ਤੋ ਰਾਜੇ ਨੇ ਉਸ ਭੂਮੀਏ ਚੋਰ ਨੂੰ ਆਪਣਾ ਵਜ਼ੀਰ ਬਣਾ ਲਿਆ। ਅਗਲੀ ਚੋਰੀ ਕਰਨ ਦੀ ਲੋੜ ਹੀ ਨਹੀਂ ਪਈ। ਹੁਣ ਕੋਈ ਸਤਨਾਮ ਸੀ। ਬਾਬੇ ਨਾਨਕ ਦੇ ਬਚਨ ਉਹਦਾ ਜੀਵਨ ਪਲਟ ਕੇ ਰੱਖ ਦਿੱਤਾ।
गुरमुखा के मुख उजले, गुर शब्दी विचार जिहड़ा गुरु के बचनों ते विचार करके चलेगा उसका जीवन कन्वर्ट हो जाऊगा, बदल जाऊगा, पलटा बजूगा जिंदगी नूं। को सतनाम। गुरमुखा के मुख उजले, गुर शब्दी विचार, जिन्हों ने गुरु के बचनों ते विचार कर ली फिर वह भूमिया अज चोर नहीं रहा, बहुत वड्डा वजीर बन गया। को सतनाम श्री। अगे चल के राजे दे बच्चा कोई नहीं सीगा। राजे नूं बाबे नानक की संगत हुई सी, वजीर नूं भूमीए नूं, तां हुण ओह कथा कहानियां सुणाउंदा, बहुत वधिया बंदा लग्या। राजे नूं कहंदा यार तेरे बापू नूं मैनूं भी मिला दे। कहंदा भी वो तो चाण चक्के अनी पटक्के मिलते आ, पता नहीं कदों मिलन। कहंदे फिर चल तू उहदा सिख आ, अपने घरे कोई बच्चा ही हो जाए, पुत्र हो जाए, राजकुमार हो जाए, कोई राज संभालने वाला, अरदास ही कर दे। उन्हें अरदास करती, समा आया, बच्चा होने का संभावना बनी, तो जब बच्चे का जन्म होया तो बच्ची लड़की हुई। को सतनाम श्री। और दाई ने आके दसिया राजे नूं, राजा साहब लड़की हुई है। राजा कहना हैठी मूँह बंद कर ला। इन्हें भी गुरु के बचनों पर भरोसा किया। राजे ने भी वजीर दीयां गल्लां सुन सुन के जिवें उन्हें भरोसा किया, इन्हें भरोसा किया। दाई नूं कहंदा खुशियां मनाओ, वो लड़की नहीं लड़का है, कह दे सब नूं लड़का होया। को सतनाम श्री। दाई नूं विचार नूं उन्हें झिड़कता भी किसी नूं नहीं दसना भी लड़की हुई है, लड़का ही होया। लड्डू वंडो, मिठाइयां वंडो, खुशियां मनाओ। महल खुशियां मनातियां, राजकुमार होया, राजकुमार होया है। और लड़की नूं राजे ने राजे बच्चियां वांगू पालिया, राजकुमारां वांगू। घोड़ सवारी, शस्त्रबाजी, नेजेबाजी, होर सारे राज भाग दे काम करने भी उसनूं सिखाउंदा रहा, चलदा रहा। विआहण योग हो गया सी पर वो लड़की। पर राजे का भी भरोसा देखो, उन्हें दूजे पासे राजे की लड़की देख ली विआहण वास्ते। को सतनाम सी। और गल पक्की हुई तो विआहण वास्ते तुर पिया, सेरे सूरे बन के जिमें जाते आ तैयारी करके। ये राजे राज भी शिकार करते खेडते तुरे जाते आ। वो लड़की जिहड़ी लड़के का कपड़े पहने हुए है, वो भी अपने घोड़े ते सवार है। तो कहते कुदरत ने अज राजे के भरोसे नूं पक्का करना सीगा। इस लड़की दे वगों मिर्ग उठिया तो ये उहदे मगर भजा लिया घोड़ा। अगे जाके कहते वो जानवर तो लोप हो गया, पर सत्संग लगी मिली, किते महापुरुष बैठे सत्संग करी जाते हैं। और इस बच्ची ने उतर के घोड़े, क्योंकि सत्संग तो करती सी भूमि दी, हुण ये उतर के नमस्कार करन गई तो महापुरुष कह लगे आओ राजकुमार। इन्ना बचन करदियां ही वो लड़की का जिहड़ा शरीर सी अंदरों सारा बदल गया। को सतनाम। वो भी हैरान होए भी हाँ आ की हो गया। महापुरुषों नूं मिली, मत्था टेक के वापस आई, राजे होरां दे बरात दे नाल रल गई। तो फिर दसदी है बापू उत्थे एक महापुरुष सत्संग करी जाते सी, उत्थे आ घटना घट गई। तो उधरले राजियां नूं कुदरती गल निकल जाती है, कोई चुगली करती भी राजा लड़की नाल लड़का विआहण वास्ते आ रहे हैं। कहते हुण की करिए, सारी तैयारी हो चुकी है। तो उस दियां कुछ नैना, कुछ उसके लोग घरे काम करन वाले, वो कहते कोई गल नहीं आपां परख लांगे। तो उन्होंने गुरु प्यारो परख की तो पता लगे तो राजकुमार ही है। को सतनाम श्री। तो ये है गुरु के बचनों ते चलन की गल। गुरमुखा के मुख उजले, गुर शब्दी विचार। सतगुरु चाहे तो यह कुछ कर सकता है, ये शंका नहीं करना। गुरु दे विच बड़ी ताकत है, सब कुछ बदल सकता है, कुछ भी कर सकता है। कीड़ा थाप दे पातशाही लश्कर करे सवा, मृतों को जीवालन हार, भूखे को देवते आधार। सब कुछ कर सकता है। ये भी होया काम उस राजे नाल। तो फिर वो राजा लड़की नूं ब्याह के वापस ले आया घर। इस तरह भूमिया जिहड़ा चोर सी, गुरु के बचनों ने चलन करके एक वजीर बन गया, बहुत बड़ा गुरसिख बन गया। अगे चल के गुर शब्दी विचार, हलत पलत सुख पाएंदे, जप जप रिदे मुरार। वो इत्थे ते उत्थे दोहां जहानां विच हरि नूं सिमरदे होए सुखी वसदे आ। घर ही विच महल पाया, गुर शब्दी विचार। फिर उत्थे गल आ गई, सिखो बैरागी उदासी बनने की लोड़ नहीं है। सिखा ने पूछा सी महाराज बैरागी उदासी एक पंथ है, कि ये सही है? कहते बिल्कुल गलत है, ये मनमुखता है, अज्ञानता है। असी गृहस्थी जीवन में रहिंदियां ही सब कुछ प्राप्त करांगे। को सतनाम श्री। किरत करो, नाम जपो, वंड छको,
घर ही विच महल पाया तैनों, घरे ही परमेश्वर का घर मिल जाना। गुर शब्द की विचार, पर फिर शर्त है गुरु के शब्दों की विचार करता रही। को सतनाम भाव जीवन दे विच बचनां नूं ढाल लै, रख रख चरण धरे विचारी। हर पैर चक के रखदियां होया सोच लिया कर, किते पैर गलत तो नहीं रख रहा मैं। को सतनाम जे गलत है तो मोड़ लै पिछे उसनों। प्रीतम जी कहते पर दूजे पासे मनमुखा की गल करते हैं, सतगुर ते जो मोह फेरे मत्थे तिन काले। जिमें चोर ठग नीवी पा के चलता है ना, किस कनी झाक नहीं सकता, ते जेड़े गुरु तो उल्ट चलणगे सतगुर तो मूँह फेर लेना, भाव गुरमत नूं छड्ड जाना। को सतनाम सी जान बुझ के सुथरे शाह एक दिन गुरु गोबिंद सिंह जी की सभा च बैठा होया, दीवान च बैठा होया, उधर नूं मूँह करके बह गया। बाबे कनी पिठ कर ली, बैठी संगत उहदे कनी वेखे भी आ की गल बई सी हो इहो जिहा ही कहो तो कोई ना करदा रहिंदा। किसी ने कहता महाराज देखो सुथरा सोडे कनी मूँह नहीं करता। कहने क्यों सुथरिया मूँह नहीं करता? कहते नहीं करता। तीन चार पातशाह ने पूछा तीन चार बारी, सुथरिया तू इधर मूँह कर, मेरे कनी दीवान च बैठा तू। कहता जी मैं नहीं करता। क्यों नहीं करता? कहता महाराज तुझ तो मार दो खिच खिच के मूँह ते लपड़, तकड़ी है संगत जी झली जाती आ, भाव सुन के भुल जाते आ, मैथों तो नहीं खाधे जाते गए, मैं तो ढूई कर ली, दो पईयां विसर गईयां सड़ के मेरी ढूई दे, इस करके मैं तो इधर मूँह ही नहीं करता। भाव समझाउण दा है गुरु का कि सिख जिहड़ा है वो जो सुने उन्होंने याद रखे। को सतनाम सुथरे शाह बड़ा कौतुकी बंदा होया गुरु घर दे विच। छेवें पातशाह जी ने एक छोटा जिहा बच्चा पालिया सीगा, जिसनों जन्म देने तो बाद उहदे माँ प्यो जंगलों में सिट गए, क्योंकि इहदे जमदे दे पूरे दंद सी ते केस भी सिर ते वड्डे वड्डे सी। को सतनाम सी उस वेले लोगों ने बहम पाता बई इहो जिहा बच्चा तुहाडे वास्ते घर वास्ते चंगा नहीं है, इहनूं बाहर सिटे आओ। वो जिउंदे नूं जंगल सिट गए, छेवें पातशाह विच चक लिआए उन्होंने, किते गए सी यात्रा दे उस पासे। वो फिर 10वें पातशाह तक रहा। खैर तो हुण कौन किहदे मूँह काले है? जिहड़ा गुरु दे ज्ञान नूं छड्ड गया। को सतनाम सी जिहड़ा मन मत ते उतरिया आया गुरमत छड्ड के, उन्हां दे मूँह काले होणगे। सतगुर ते जो मोह फेरे मत्थे तिन काले, आन दिन दुख कमामदे नित जो है जम जाले। वो फिर दुखी हुंदे है, जो ना हुंदा जिवें किसी दे मुक्के मारी जावे, कोई बार बार टच करी जावे, कहंदे उन्हां नूं सदा ही जम रूपी दुख दुख दिंदे रहिंदे हन। जिहड़े गुरु नूं छड्ड जांदे है, गुरमत विच आके जिहड़े गुरु नूं छड्ड जांदे है, वो दुखी होणगे। सुपने सुख न देखनी बहुत चिंता पर जाले। उन्हां दी जिंदगी दुखां विच बतीत हुंदी है, चिंता विच बतीत हुंदी है, सुपने विच भी उन्हां नूं सुख दा सुपना नहीं आउंदा। तां ते सिखो सबना दाता एक है, आपे बख्श करे आओ। आपां अकाल नाल जुड़ना है, आपां बैरागी उदासी साध नहीं बनना, आपां गृहस्थी जीवन छड्ड के घरों बाहर नहीं निकलनागा। आपां गुरु नानक दी गल नूं मनना है, किरत करनी नाम जपना ते वंड छकना। को सतनाम सी आओ वो दाता ही सब नूं दाता देने वाला परमेश्वर, उहदे लड़ लगिए। सबना दाता एक है, आपे बख्श करे कहना किशु न भावी, कहना किशु न जावी, जिस भावै तिस दे। हुण अगे पातशाह कहंदे ये बख्शिश भी गुरु की कृपा नाल हुंदी है। घर ही सौदा पाई है, अंतर सब अथ होए, खिण खिण नाम संभालिया गुरमुख पावै कोई। किहनूं मिलदा है? जिन्हां दे भांडे सिद्धे है, जिन्हां दा मूँह गुरु वाल है, सुरत दा मूँह, केवल ढूई नहीं, सुरत दा मूँह सामने होवे, जिन्हां दे भाव जिहड़े गुरमत अनुसार चलणगे उन्हां ते किरपा हो जानी आ। सतगुर सदा दयाल है भाई, बिन भाग्या के पाईए। मीह सारी रात पई जावे, जिहड़ा तौड़ा मुद्दा है वो च एक छिट भी नहीं पैनी। को सतनाम सी ते जिहड़ा गुरु वाल मोह ही नहीं, उहदे अंदर किवें किरपा पै जूगी। मेरे प्रीतम जी आखिरी पंक्तियां विच कहंदे सबना का दाता एक है, आपे बख्श करे कहना किछू न जावई, जिस भावै तिस दे। उहनूं कहण दी लोड़ नहीं, वो जजमेंट करके आपे ही दे दिंदा। को सतनाम
बिन बोलिया सब कुछ जानदा, किसी आग्या कीचे अरदास जी, वो कहण दी लोड़ नहीं पैंदी, वो साडा जीवन देख लैंदा है ये देण योग है कि नहीं देण योग। को सतनाम श्री कहना किछू न जावी, जिस भावै तिस दे, नानक गुरमुख पाईए आपे जाने सोए। आओ गुरु वाले बनीए, गुरु दे लड़ लगिए, वो सब जानदा है। तुसी जिहड़ा बच्चा साइकिल नहीं जानदा उन्होंने स्कूटर मोटरसाइकिल फड़ा दोगे, जे धक्का करूगा तां भी नहीं फड़ाउणा, ਉਹਦੇ दो लपड़ भावें ला दिओ। को सतनाम सी मैं नहीं लैके जाना, तैनूं आउंदा नहीं हजे। ते गुरु भी जानदा भी मेरे सिख दा भला किहड़ी गल विच है, वो ओही चीज़ दिंदा। को सतनाम सी ਉਹੀ वस्तु दिंदा ਜਿਹੜੀ ਦੇ ਵਿੱਚ सिख ਦਾ भला होवे, सुख होवे। इस करके गुरु जानदा है, वो सब जानदा है। नानक गुरमुख पाईए आपे जाने सोए, वो सब जानदा है। आपां गुरु वाले बणीए, गुरु वाले बन के इन्हां दातां नूं प्राप्त कर सकदे हां। वो सौदा नाम दा सौदा वो भी तैनूं घरों ही मिल जाना है। तैनूं बैरागी उदासी बन के घरों बाहर निकलण दी लोड़ नहीं है। घर ही सौदा पाई है, सब हथ होए, सब कुछ घर विच है। अगलियां विचारां, अगले शब्द दियां विचारां, अगले दीवाना भी सरवण करांगे। हुण इत्थे रोकण दी आग्या बख्शो। बोलदियां नेकां अखर बाध घट हो जांदे। सिख संगत ते सतगुरु बख्शण योग है, बख्श लेना जी। समाप्ति करिए। बुलाओ फतेह, पाओ फतेह। वाहिगुरू जी का खालसा, वाहिगुरू जी की फतेह। वाहिगुरू 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 वाहिगुरू। राम कली महला तीजा। आनंद एक ओंकार सतगुर प्रसाद। आनंद